तीसरी पंक्ति है, जित दिन दे बिनससी तित वेलै कहसन प्रेत। जित जिस मौके ते, जिधर, दिन ਵੇਲੇ, ਇਹ ਸਮੇਂ ਨੂੰ ਸਾਨੂੰ ਸਮਝਾ ਰਿਹਾ ਕਿ ਵੀ ਸਮੇਂ ਵੱਲ ਸਾਡਾ ਧਿਆਨ ਦਿਵਾ ਰਹੇ ਨੇ। ਜਿਸ ਘੜੀ ਦੇ ਸਰੀਰ, ਆਕ੍ਰਿਤੀ, ਕਾਇਆ, ਸੋ ਇਹਨੂੰ ਇਸ ਤਰ੍ਹਾਂ ਵੀ ਸਮਝਣਾ ਹੈ ਕਿ ਮਨ ਜਾਂ ਖਿਆਲਾਂ ਦੀ ਆਕ੍ਰਿਤੀ, ਖਿਆਲਾਂ ਦੀ ਬਣਤਰ। ਬਿਨਸਸੀ, ਬਿਨਸੇਗੀ, ਕੁਮਲਾਈ ਹੋਈ ਸੋਚ, ਮੁਰਝਾਇਆ ਹੋਇਆ ਸੁਭਾਅ। ਤਿਤ ਉੱਥੇ, ਉਸ ਮੌਕੇ 'ਤੇ। ਵੇਲੇ ਸਮੇਂ 'ਤੇ। ਕਹਿਸਨ ਆਖਣਗੇ, ਕਹਿਣਗੇ। ਪ੍ਰੇਤ ਪ੍ਰੇਤ ਅਸੀਂ ਸਮਝਦੇ ਹਾਂ ਭੂਤ ਪ੍ਰੇਤ ਤੋਂ ਕੁਛ ਡਰਾਵਣੀ ਜਿਹੀ ਚੀਜ਼, ਡਰਾਵਣਾ ਜਾਂ ਕਿਰਦਾਰ, ਅਪਵਿੱਤਰ ਕਿਰਦਾਰ, ਜਾਂ ਇੰਝ ਕਹੀਏ ਕਿ ਵੀ ਘ੍ਰਿਣਿਤ ਆਚਰਨ, ਹੈ ਨਾ, ਅਨਵਾਂਟਿਡ ਕਰੈਕਟਰ। ਸੋ ਹਾਲਾਂਕਿ ਇਸ ਪੰਕਤੀ ਦੇ ਅਰਥ ਜੇ ਸਮਝਦੇ ਹਾਂ ਕਿ ਜਦੋਂ ਇਹ ਸਰੀਰ ਖ਼ਤਮ ਹੋ ਜਾਏਗਾ, ਭਾਵ ਮੌਤ ਆ ਜਾਏਗੀ, ਤਾਂ ਸਭ ਨਜ਼ਦੀਕੀ ਸਾਕ ਸੰਬੰਧੀ ਵੀ ਜਲਦੀ ਘਰੋਂ ਕੱਢਣ ਦੀ ਗੱਲ ਹੀ ਕਰਨਗੇ, ਕਿਉਂਕਿ ਸਦੀਆਂ ਤੋਂ ਥੋਪੇ ਗਏ ਸਾਡੇ 'ਤੇ ਕੁਛ ਐਸੇ ਕਥਨ ਹੈਗੇ ਨੇ, ਕੁਛ ਐਸੇ ਵਿਚਾਰ ਹੈਗੇ ਨੇ ਕਿ ਉਹਨਾਂ ਦੇ ਮੁਤਾਬਿਕ ਇੱਕ ਬੜੀ ਅਜੀਬ ਜਿਹੀ ਸਿਚੁਏਸ਼ਨ ਬਣ ਜਾਂਦੀ ਹੈ ਕਿ ਜੋ ਸਾਡੇ ਅੰਦਰ ਡਰ ਇੱਕ ਪੈਦਾ ਕੀਤਾ ਗਿਆ ਹੈ, ਜਿਹੜਾ ਕਾਇਮ ਹੈ, ਔਰ ਉਹਦੇ ਅਧੀਨ ਅਸੀਂ ਇਹ ਸੋਚਣ 'ਤੇ ਮਜਬੂਰ ਹਾਂ ਕਿ ਜੋ ਪ੍ਰਾਣੀ ਮਰ ਗਿਆ ਹੈ ਉਸ ਵਿੱਚੋਂ ਕੋਈ ਅਦ੍ਰਿਸ਼ ਆਤਮਾ ਨਿਕਲੀ ਹੈ ਜੋ ਹੁਣ ਪ੍ਰੇਤ ਬਣ ਕੇ ਇੱਥੇ ਹੀ ਭਟਕ ਰਹੀ ਹੈ ਔਰ ਕੁਛ ਨਾ ਕੁਛ ਬੁਰਾ ਹੀ ਕਰੇਗੀ। ਇਸ ਲਈ ਮਨੋਤ ਦੇ ਹਿਸਾਬ ਨਾਲ ਜੋ ਵੱਡਿਆਂ ਨੇ ਕਿਹਾ, ਕੁਛ ਪਾਠ ਪੂਜਾ, ਕੋਈ ਵਿਧੀ ਵਿਧਾਨ, ਕੋਈ ਜੰਤਰ ਮੰਤਰ ਤੰਤਰ, ਇਹ ਕਰੋ ਅਤੇ ਇਹਦੇ ਤੋਂ ਮੁਕਤੀ ਲਓ, ਤਾਂ ਹੀ ਛੁਟਕਾਰਾ ਹੋਏਗਾ ਇਸ ਆਤਮਾ ਦਾ। ਨਹੀਂ ਤਾਂ ਪ੍ਰੇਤ ਆਤਮਾ ਬਣ ਕੇ ਸਭ ਨੂੰ, ਅਤੇ ਖਾਸ ਕਰਕੇ ਜੋ ਹੋ ਸਕੇ ਸੰਬੰਧੀ ਨੇ, ਉਹਨਾਂ ਨੂੰ ਤੰਗ ਕਰੇਗੀ। ਹੁਣ ਪ੍ਰੈਕਟੀਕਲ ਲਾਈਫ ਵਿੱਚ ਅਸੀਂ ਸਾਰੇ ਇਹ ਮਹਿਸੂਸ ਕਰ ਸਕਦੇ ਹਾਂ ਕਿ ਵੀ ਇਹ ਡਰ ਦਾ ਆਲਮ ਇਸ ਕਦਰ ਹਾਵੀ ਹੋਇਆ ਹੁੰਦਾ ਹੈ ਕਿ ਵੱਡੇ ਤੋਂ ਲੈ ਕੇ ਛੋਟੇ ਤੱਕ, ਬਜ਼ੁਰਗਾਂ ਤੋਂ ਲੈ ਕੇ ਜਵਾਨ ਤੱਕ, ਸਭ, ਔਰ ਜਿਹੜੇ ਸਭ ਤੋਂ ਨਜ਼ਦੀਕੀ ਵੀ, ਭਾਵੇਂ ਵਿਛੋੜੇ ਦੀ ਉਹਦੇ ਵਿੱਚ ਉਹ ਪੂਰੀ ਤਰ੍ਹਾਂ ਨਾਲ ਵਿਆਕੁਲ ਵੀ ਹੈਗੇ ਨੇ, ਪਰ ਇਸ ਡਰ ਤੋਂ ਮੁਕਤੀ ਉਹਨਾਂ ਕੋਲ ਵੀ ਨਹੀਂ ਹੈ, ਉਹ ਵੀ ਇਹਦੇ ਵਿੱਚ ਫਸੇ ਹੋਏ ਨੇ। ਸੋ ਇਸੀ ਡਰ ਦੇ ਚਲਦਿਆਂ ਅਸੀਂ ਦੇਖਦੇ ਹਾਂ ਕਿ ਆਮ ਤੌਰ 'ਤੇ ਐਸੇ ਮੌਕਿਆਂ 'ਤੇ ਕਿਸੇ ਦੇ ਵੀ ਕਹਿਣ 'ਤੇ ਹਰ ਕਿਸਮ ਦੇ ਬੇਤੁਕੀ, ਬੇਲੋੜੀ ਰਸਮਾਂ ਰੀਤਾਂ ਨਿਭਾਉਣ 'ਤੇ ਲੱਗੇ ਰਹਿੰਦੇ ਹਾਂ। ਇਸੀ ਕਾਰਨ ਕਦੇ ਵੀ ਕੁਦਰਤ ਦੇ ਭਾਣੇ ਵਿੱਚ ਜਨਮ ਮਰਨ ਦਾ ਸਰਲ ਜਿਹਾ ਸਿਧਾਂਤ ਸਮਝਣ ਦਾ ਮੌਕਾ ਸਾਨੂੰ ਪ੍ਰਾਪਤ ਹੀ ਨਹੀਂ ਹੁੰਦਾ। ਦੇਖੋ ਕੈਸੀ ਵਿਡੰਬਨਾ ਹੈ, ਕੈਸੀ ਇਹ ਅਚਰਜ ਜਾਂ ਸਾਡੇ ਨਾਲ ਖੇਡ ਹੋ ਜਾਂਦਾ ਹੈ ਕਿ ਲੱਖਾਂ ਸਾਲਾਂ ਤੋਂ ਇਹ ਕਿਰਿਆ ਇੰਝ ਹੀ ਚੱਲ ਰਹੀ ਹੈ, ਪਰ ਅਸੀਂ ਇਹਦੇ ਵਿੱਚ ਉਲਝੇ ਰਹਿੰਦੇ ਹਾਂ ਅਤੇ ਜਿਹੜਾ ਪ੍ਰਤੱਖ ਜੀਵਨ ਮਿਲਿਆ ਹੋਇਆ ਉਹਨੂੰ ਸੁਰੀਲਾ ਬਣਾਉਣ ਵਾਸਤੇ ਉਹਦੇ ਤੋਂ ਪੂਰੀ ਤਰ੍ਹਾਂ ਅਵੇਸਲੇ ਹੋ ਕੇ ਅਸੀਂ ਅੰਧੇਰੇ ਵਿੱਚ ਤੀਰ ਮਾਰਨ ਦੇ ਅਤੇ ਭੁਲੇਖਿਆਂ ਭਰਮਾਂ ਨਾਲ ਭਰੀਆਂ ਲਿਖਤਾਂ, ਗ੍ਰੰਥਾਂ, ਪਤਾ ਨਹੀਂ ਕਿੰਨੀਆਂ, ਉਹਨਾਂ ਦੇ ਅੰਬਾਰ ਇਕੱਠੇ ਕਰਨ ਤੋਂ ਇਲਾਵਾ ਕੁਝ ਨਹੀਂ ਕਰ ਪਾਏ ਅਸੀਂ। ਇੱਕ ਭੌਤਿਕ ਅਤੇ ਰਸਾਇਣਿਕ ਕਿਰਿਆ ਤੋਂ ਬਣੀ ਆਕ੍ਰਿਤੀ ਨੂੰ ਅਸੀਂ ਜਨਮ ਲੈਣਾ ਕਹਿੰਦੇ ਹਾਂ, ਅਤੇ
ਐਸੀ ਭੌਤਿਕ ਰਸਾਇਣਿਕ ਕਿਰਿਆ ਦੇ ਚਲਦਿਆਂ ਸਮੇਂ ਨਾਲ ਉਸ ਆਕ੍ਰਿਤੀ ਦਾ, ਉਸ ਦੇਹ ਦਾ ਵਿਘਟਨ ਹੋ ਜਾਂਦਾ ਹੈ, ਡਿਜ਼ੋਲਵ ਹੋ ਜਾਂਦੀ ਉਹ ਵਾਪਸ ਉਹਨਾਂ ਹੀ ਰਸਾਇਣਾਂ ਵਿੱਚ, ਹੈ ਨਾ। ਹੁਣ ਤਾਂ ਪੜ੍ਹ ਲਿਖ ਕੇ ਅਸੀਂ ਸਾਰੀ ਚੀਜ਼ਾਂ ਇਹ ਸਮਝਦੇ ਹਾਂ, ਪਰ ਧਿਆਨ ਦੇਣ ਦੀ ਗੱਲ ਪਤਾ ਕਿੱਥੇ ਹੈ? ਜਿੱਥੇ ਗੁਰੂ ਸਾਹਿਬ ਸਾਡਾ ਧਿਆਨ ਦਿਵਾਉਣਾ ਚਾਹੁੰਦੇ ਨੇ ਉਹ ਇਹ ਹੈ ਕਿ ਇੱਕ ਸਮਾਂ ਜੋ ਇਸ ਆਕ੍ਰਿਤੀ ਦੇ ਬਣਨ ਤੋਂ ਲੈ ਕੇ ਵਿਘਟਨ ਤੱਕ ਦਾ ਹੈ, ਜਿਸ ਨੂੰ ਅਸੀਂ ਜੀਵਨ ਕਹਿੰਦੇ ਹਾਂ, ਉਸ ਦੇ ਮਹੱਤਵ ਨੂੰ ਮੁੱਖ ਰੱਖ ਕੇ ਪਾਤਸ਼ਾਹ ਸਾਡਾ ਧਿਆਨ ਕੇਂਦਰਿਤ ਕਰ ਰਹੇ ਹਨ। ਸਾਨੂੰ ਅਹਿਸਾਸ ਕਰਾ ਰਹੇ ਹਨ ਕਿ ਕਦੀ ਇਸ ਜੀਵਨ ਨੂੰ ਜੀਵਨ ਮਿਲਿਆ ਕਿ ਨਹੀਂ, ਹੈ ਨਾ। ਇਹ ਸੋਚ ਬਣਾਉਣੀ ਪਏਗੀ ਕਿ ਕੀ ਇਸ ਜ਼ਿੰਦਗੀ ਨੂੰ ਮੈਂ ਜ਼ਿੰਦਗੀ ਦੇ ਪਾਇਆ ਜਾਂ ਦੇ ਪਾਈ ਕਿ ਨਹੀਂ। ਤਾਂ ਫਿਰ ਉੱਤਰ ਮਿਲੇਗਾ ਕਿ ਇਹ ਜੀਵਨ ਮਿਲਦਾ ਹੈ ਸਾਡੇ ਅੰਦਰ ਉਪਜਦੇ ਜੀਵੰਤ ਖਿਆਲਾਂ ਕਰਕੇ, ਸਾਡੀਆਂ ਨਿਰਮਲ ਭਾਵਨਾਵਾਂ ਕਰਕੇ, ਸਾਡੇ ਅੰਦਰ ਹੁਲਾਰੇ ਮਾਰਦੇ ਉਤਸ਼ਾਹ ਭਰੇ ਉਸਾਰੂ ਵਲਵਲੇ ਅਤੇ ਮਤ ਔਰ ਬੁੱਧੀ ਵਿੱਚ ਚੇਤਨਤਾ ਕਰਕੇ। ਵਰਨਾ ਭੜਕਾਊ, ਉਕਸਾਊ, ਚੁਗਲੀ, ਬਖੀਲੀ ਜਾਂ ਇੰਝ ਕਹੀਏ ਕਿ ਵੀ ਜਾਲਸਾਜ਼ੀ, ਇਹਨਾਂ ਜੈਸੀ ਪ੍ਰੇਤ ਬੁੱਧੀ ਤੋਂ ਉਪਜੀ ਸ਼ਾਤਿਰ ਬਿਰਤੀ ਇਸ ਜੀਵਨ ਨੂੰ ਗੁੰਝਲਦਾਰ ਬਣਾ ਦਿੰਦੀ ਹੈ, ਉਲਝਣਾਂ ਦੇ ਬੋਝ ਥੱਲੇ ਦਬ ਦਿੰਦੀ ਹੈ ਅਤੇ ਹਰ ਸਮੇਂ ਘੁਟਨ ਮਹਿਸੂਸ ਹੁੰਦੀ ਰਹਿੰਦੀ ਹੈ, ਕਿਉਂਕਿ ਖੁਦ ਆਪਣੀ ਨਜ਼ਰਾਂ ਵਿੱਚ ਹੀ ਗਿਰ ਜਾਈਦਾ ਹੈ। ਸੰਖੇਪ ਵਿੱਚ ਜੇ ਇਸ ਪੰਕਤੀ ਦਾ ਸੰਦੇਸ਼ ਸਮਝੀਏ ਤਾਂ ਸਾਡੀ ਕੁਮਲਾਈ ਹੋਈ ਸੋਚ ਨੂੰ, ਜਾਂ ਇੰਝ ਕਹੀਏ ਕਿ ਮੁਰਦਾ ਹੋਏ ਜ਼ਮੀਰ ਨੂੰ ਸੁਰਜੀਵ ਕਰਨ ਲਈ ਉੱਤਮ ਅਤੇ ਸ੍ਰੇਸ਼ਟ ਖਿਆਲਾਂ ਦੇ ਸੁਮੇਲ ਨਾਲ ਜ਼ਿਹਨ ਵਿੱਚ ਜੀਵੰਤ ਵਿਚਾਰਧਾਰਾ ਨੂੰ ਆਕਾਰ ਦੇਣਾ ਸਿਖਾ ਰਹੇ ਹਨ। ਭਾਵ ਜਦੋਂ ਮੇਰੀ ਵਿਚਾਰਧਾਰਾ ਦੀ ਸੋਹਣੀ ਬਣਤਰ, ਜਿਹਨੂੰ ਦੇਹ ਕਹਿੰਦੇ ਪਏ ਨਾ, ਇਹ ਸੋਹਣੀ ਬਣਤਰ ਹੈਵਾਨੀਅਤ ਅਤੇ ਸ਼ੈਤਾਨੀਅਤ ਦੇ ਦਬਾਅ ਹੇਠ ਕਮਜ਼ੋਰ ਪੈ ਜਾਏ, ਜ਼ਰਜ਼ਰੀ ਹੋ ਕੇ ਚਕਨਾਚੂਰ ਹੋ ਜਾਏ, ਤਾਂ ਮੇਰੀ ਜਿੰਦ ਮੁਰਝਾ ਜਾਂਦੀ ਹੈ। ਗਿਆਨ ਇੰਦਰੀਆਂ ਮਾਯੂਸੀ ਦੀ ਗ੍ਰਿਫਤ ਵਿੱਚ ਆ ਜਾਂਦੀਆਂ ਹਨ ਅਤੇ ਇੰਝ ਮਹਿਸੂਸ ਹੁੰਦਾ ਹੈ ਕਿ ਆਪਣਾ ਰੋਮ ਹੀ ਸਾਥ ਦੇਣ ਦੇ ਬਜਾਏ ਇੱਕ ਦੂਜੇ ਦੇ ਵਿਰੋਧੀ ਹੋ ਗਏ ਨੇ। ਅੰਦਰ ਹੀ ਵਿਰੋਧਾਭਾਸ ਬਣ ਜਾਂਦਾ ਹੈ। ਇਹ ਉਹ ਹਲਕਤ ਹੈਗੀ ਹੈ ਜਿਹਨੂੰ ਭਾਦਰੋਂ ਦੇ ਪੜਾਸ ਨਾਲ ਅਸੀਂ ਇਕੁਏਟ ਕਰ ਸਕਦੇ ਹਾਂ। ਉਸ ਸਮੇਂ ਇਸੀ ਜੀਵਨ ਨੂੰ ਜੀਂਦਿਆਂ ਅੰਤ ਮਹਿਸੂਸ ਹੁੰਦਾ ਹੈ, ਉਹਦਾ ਅਹਿਸਾਸ ਹੁੰਦਾ ਹੈ। ਢਹਿੰਦੀ ਕਲਾ ਵਿੱਚ ਡਿੱਗਦੇ ਘਾਤਕ ਮਨੋਸਥਿਤੀ ਜਾਂ ਗੁੰਮਸੁੰਮ ਅਵਸਥਾ ਦੀ ਸਿਚੁਏਸ਼ਨ ਜਿਹੜੀ ਹੈ ਉਹ ਕ੍ਰੀਏਟ ਹੋ ਜਾਂਦੀ ਹੈ। ਔਰ ਡੈਫੀਨੇਟਲੀ ਸਾਡੇ ਜੋ ਕਿਸੇ ਨੂੰ ਇਹ ਪਸੰਦ ਨਹੀਂ ਹੈ, ਲੇਕਿਨ ਛੁਟਕਾਰੇ ਦਾ ਤਰੀਕਾ ਗੁਰੂ ਸਾਹਿਬ ਦੇ ਸਲਾਹ ਨਾਲ ਸਾਨੂੰ ਮਿਲ ਸਕਦਾ ਹੈ ਜੀ।